ਤੋਂ ਪਹਿਲਾਂ ਤਾਂ ਤੁਹਾਡੇ ਲਈ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਵੀ ਬਹੁਤ ਬਹੁਤ ਵਧਾਈ। ਤੁਸੀਂ ਆਲ ਓਵਰ ਵਰਲਡ ਦੇ ਜੇ ਕੁਝ ਕੁ ਸੱਭਿਅਕ ਮੁਲਕ ਆਪਾਂ ਚੁਣੀਏ ਤਾਂ ਉਹਨਾਂ ਵਿੱਚੋਂ ਇੱਕ ਜਿਹਨੂੰ ਆਪਾਂ ਡਿਸਿਪਲਿਨਡ ਕੰਟਰੀ ਕਹਿੰਦੇ ਆ, ਉੱਥੇ ਤੁਸੀਂ ਜਾ ਰਹੇ ਹੋ। ਠੀਕ ਹੈ ਜੀ, ਪਰਮਾਤਮਾ ਦਾ ਤੇ ਤੁਹਾਡੇ ਪੇਰੈਂਟਸ ਦਾ ਤੁਸੀਂ ਹਮੇਸ਼ਾ ਧੰਨਵਾਦੀ ਰਹੋ, ਕਿਉਂਕਿ ਉਹਨਾਂ ਨੇ ਬੜੇ ਹੀ ਕੰਪਰੋਮਾਈਜ਼ ਸੈਕਰੀਫਾਈਸਿਸ ਕੀਤੇ ਨੇ ਕਿ ਤੁਸੀਂ ਇੱਕ ਵਧੀਆ ਕੰਟਰੀ ਦੇ ਵਿੱਚ ਜਾ ਕੇ ਆਪਣੀ ਲਾਈਫ ਨੂੰ ਕੰਟੀਨਿਊ ਕਰ ਸਕੋ। ਬੇਟਾ ਦੋ ਚਾਰ ਚੀਜ਼ਾਂ ਨਾ ਆਪਾਂ ਸਮਝ ਕੇ ਧਿਆਨ ਦੇ ਵਿੱਚ ਇੱਥੋਂ ਜਾਣਾ ਤਾਂ ਕਿ ਅੱਗੇ ਜਾ ਕੇ ਜਿਹੜੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਨਾ ਕੋਈ ਪ੍ਰੋਬਲਮ ਨਾ ਆਵੇ। ਵੈਸੇ ਤਾਂ ਜਿਹੜੀਆਂ ਨਾਰਮਲ ਨੈਚੁਰਲ ਪ੍ਰੋਬਲਮ ਨੇ, ਜਿਹੜੀਆਂ ਜਿਵੇਂ ਜੌਬਸ ਲੱਭਣ ਦੇ ਵਿੱਚ ਦਿੱਕਤ ਆਉਣੀ, ਚੰਗੀ ਜੌਬਸ, ਚੰਗਾ ਇੰਪਲੋਇਰ ਮਿਲਣਾ, ਮਾੜਾ ਇੰਪਲੋਇਰ ਮਿਲ ਜਾਣਾ, ਇਹ ਸਾਰੀਆਂ ਚੀਜ਼ਾਂ ਤਾਂ ਨਾਰਮਲ ਚੀਜ਼ਾਂ ਨੇ, ਜ਼ਿੰਦਗੀ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਤੁਸੀਂ ਇਹ ਤੋਂ ਬਹੁਤ ਕੁਝ ਸਿੱਖਦੇ ਹੋ। ਪਰ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਨਾ, ਉਹ ਆ ਸੱਭਿਅਕ ਡਿਸਿਪਲਿਨਡ ਐਂਡ ਕੀ ਕਹਿੰਦੇ ਹੁੰਦੇ ਆ, ਇੱਕ ਬਹੁਤ ਹੀ ਚੰਗੀ ਜ਼ਿੰਦਗੀ, ਅਸੀਂ ਚੰਗੇ ਨਾਗਰਿਕ ਬਣ ਕੇ ਚੰਗੇ ਕੈਨੇਡੀਅਨ, ਜਿੱਥੇ ਤੁਸੀਂ ਜਿਹੜੇ ਸਿਸਟਮ ਦੇ ਵਿੱਚ, ਕੈਨੇਡੀਅਨ ਸਿਸਟਮ ਦੇ ਵਿੱਚ, ਕੈਨੇਡੀਅਨ ਜਿਹੜੇ ਸਿਨੈਰੀਓ ਦੇ ਵਿੱਚ ਜ਼ਿੰਦਗੀ ਜਿਉਣੀ ਆ। ਇੱਕ ਇੰਗਲਿਸ਼ ਦਾ ਪ੍ਰੋਵਰਬ ਆ ਨਾ, ਵਾਈਲ ਇਨ ਰੋਮ ਡੂ ਐਜ਼ ਅ ਰੋਮਨਸ ਡੂ, ਹੈ ਨਾ, ਜਿੱਥੇ ਜਾਂਦੇ ਆ ਜਿਹੋ ਜਿਹੇ ਦੇਸ਼ ਉਹੋ ਜਿਹੇ ਸਿਸਟਮ ਨੂੰ ਅਡਾਪਟ ਕਰ ਲੈਣਾ ਅਸੀਂ ਜਾ ਕੇ। ਆਪਣੇ ਨਾਲ ਇੱਕ ਬੜੀ ਵੱਡੀ ਪ੍ਰੋਬਲਮ ਆ ਕਿ ਕੁਝ ਚੀਜ਼ਾਂ ਅਸੀਂ ਗਲਤ ਕਰਦੇ ਆ ਤੇ ਗਲਤ ਕਰਨ ਤੋਂ ਬਾਅਦ, ਗਲਤ ਤਾਂ ਜਿਹੜੀ ਗਲਤੀ ਹੈਗੀ ਆ, ਪਰ ਗਲਤ ਕਰਨ ਤੋਂ ਬਾਅਦ ਉਹਦਾ ਮਾਣ ਵੀ ਮਹਿਸੂਸ ਕਰਨਾ ਕਿ ਅਸੀਂ ਗਲਤ ਕੀਤਾ, ਅਸੀਂ ਪੰਜਾਬੀਆਂ, ਅਸੀਂ ਤਾਂ ਐਂ ਕਰਦੇ ਹੁੰਦੇ ਆ, ਹਨਾ। ਇਹ ਚੀਜ਼ਾਂ ਉਦੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਜਾਂਦੀਆਂ, ਸਿੱਧ ਹੋ ਜਾਂਦੀਆਂ ਸਾਡੇ ਲਈ। ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ। ਕਾਰਨ ਕੀ ਆ, ਕੈਨੇਡੀਅਨ ਗਵਰਨਮੈਂਟ ਨੇ ਨਾ ਬੜਾ ਸੋਹਣਾ ਸਿਸਟਮ ਬਣਾਇਆ ਸਾਡੇ ਵਾਸਤੇ। ਜਦੋਂ ਤੁਸੀਂ ਉੱਥੇ ਜਾ ਕੇ ਦੇਖੋਗੇ ਸੜਕਾਂ ਦਾ ਸਿਸਟਮ, ਰੂਲਸ ਐਂਡ ਰੈਗੂਲੇਸ਼ਨਸ, ਟ੍ਰੈਫਿਕ ਰੂਲਸ, ਉਸ ਤੋਂ ਬਾਅਦ ਚੀਜ਼ਾਂ ਨੂੰ ਬੜੀ ਹੀ ਫਰੈਂਡਲੀ ਨੇ, ਹਰ ਚੀਜ਼ ਹੀ ਜਿਹੜੀ ਤੁਸੀਂ ਵਰਤਣੀ ਆ ਉੱਥੇ ਜਾ ਕੇ, ਹਨਾ। ਤਾਂ ਕਰਕੇ ਜਿਹੜੇ ਨਵੇਂ ਲੋਕ ਵੀ ਉੱਥੇ ਜਾਂਦੇ ਨੇ ਉਹਨਾਂ ਲਈ ਬੜਾ ਈਜ਼ੀ ਆ ਉੱਥੇ ਜਾ ਕੇ ਇੱਕ ਵਾਰੀ ਸਿਸਟਮ 'ਚ ਢਲ ਜਾਣਾ। ਲਾਈਫ ਈਜ਼ੀ ਨਹੀਂ ਆ, ਬਟ ਸਿਸਟਮ ਬਹੁਤ ਈਜ਼ੀ ਆ, ਜਿਹੜਾ ਇਨਸਾਨ ਅੱਖਾਂ ਖੋਲ ਕੇ ਤੇ ਕੌਨਸ਼ੀਅਸ ਹੋ ਕੇ ਜਿਉਂਦਾ, ਹਨਾ। ਸੋ ਆਪਾਂ ਕੁਝ ਚੀਜ਼ਾਂ ਜਿਹੜੀਆਂ ਸਾਡੀਆਂ ਇੱਥੇ ਆਦਤਾਂ ਦੇ ਵਿੱਚ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਪਾਰਟ ਬਣ ਜਾਂਦੀਆਂ, ਉਹ ਅਸੀਂ ਛੱਡ ਕੇ ਜਾਣੀਆਂ। ਪਹਿਲੀ ਚੀਜ਼ ਆ ਲਾਈਨ ਦੀ ਬੜੀ ਵੱਡੀ ਮਹੱਤਤਾ ਉੱਥੇ, ਕਿਉਂ ਦੀ, ਫਸਟ ਕਮ ਫਸਟ ਸਰਵ, ਬਹੁਤ ਜ਼ਿਆਦਾ ਮਹੱਤਤਾ ਉੱਤੇ ਇਸ ਚੀਜ਼ ਦੀ, ਇੱਥੇ ਨਹੀਂ ਗੀ। ਕਿਉਂ? ਕਿਉਂਕਿ ਤੁਸੀਂ ਅਕਸਰ ਹੀ ਦੇਖਦੇ ਹੋ ਵੀ ਆਪਾਂ ਇੱਥੇ ਰੇਲਵੇ ਫਾਟਕ ਲੱਗ ਜਾਂਦੇ ਆ ਤਾਂ ਗੱਡੀਆਂ ਤਾਂ 1 2 3 4 5 6 7 10 ਲਾਈਨ 'ਚ ਲੱਗ ਜਾਂਦੀਆਂ ਨੇ। ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਮੂਹਰੇ ਆ ਕੇ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉੱਥੇ ਨਹੀਂ ਚੱਲਦੀ ਇਹ ਚੀਜ਼, ਕਰਨੀ ਵੀ ਨਹੀਂ ਆਪਾਂ, ਹਨਾ। ਕਿਉਂ? ਕਿਉਂਕਿ ਅਸੀਂ ਦੂਸਰੇ ਦੇ ਟਾਈਮ ਦੀ ਵੀ ਰਿਸਪੈਕਟ ਕਰਨੀ ਆ। ਜਿਹੜਾ ਸਾਡੇ ਨਾਲੋਂ ਪਹਿਲਾਂ ਆ ਕੇ ਲਾਈਨ 'ਚ ਖੜਿਆ ਤਾਂ ਉਹਦਾ ਹੀ ਰਾਈਟ ਆ ਪਹਿਲਾਂ ਚੀਜ਼ ਨੂੰ ਲੈਣ ਦਾ। ਇਹ ਛੋਟੀ ਚੀਜ਼ ਆ ਬਟ ਇਹ ਬੜੀ ਕੰਮ ਦੀ ਚੀਜ਼ ਆ। ਕਰਟਸੀ ਲਫ਼ਜ਼ ਆ ਨਾ, ਕਰਟਸੀ ਜਿਹਨੂੰ ਅਸੀਂ ਕਹਿੰਦੇ ਆ ਇਨਸਾਨੀਅਤ, ਜਿਹਨੂੰ ਅਸੀਂ ਕਹਿੰਦੇ ਆ ਚੰਗੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਸੁਚੱਜਾ ਢੰਗ, ਇਹ ਅਸੀਂ ਉੱਥੇ ਸਿੱਖਦੇ ਆ ਜਾ ਕੇ। ਮੈਂ 6 ਮਹੀਨੇ ਉੱਥੇ ਕੈਨੇਡਾ ਦੇ ਵਿੱਚ ਰਿਹਾ ਤਾਂ ਮੈਂ ਇਹ ਚੀਜ਼ਾਂ ਸਿੱਖੀਆਂ ਕਿ ਕਿਸੇ ਨੂੰ ਦੇਖ ਕੇ ਜੇ ਤੁਸੀਂ ਬਾਹਰ ਖੋਲੇ, ਤੁਹਾਨੂੰ ਪਤਾ ਰਾਈਟ ਆਫਟਰ ਤੁਹਾਡੇ ਕੋਈ ਬੰਦਾ ਹੈਗਾ, ਹਨਾ, ਤਾਂ ਜਮਾ ਪਿੱਛੇ ਤੇ ਤੁਸੀਂ ਉਹਦੇ ਮੂੰਹ ਤੇ ਦਰਵਾਜ਼ਾ ਨਹੀਂ ਬੰਦ ਕਰ ਸਕਦੇ ਜਿੰਨਾ ਚਿਰ ਉਹ ਹੱਥ ਨਾ ਪਾ ਲੇ, ਉਹਨੂੰ ਹੋਲਡ ਕਰਕੇ ਰੱਖਣਾ। ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਉੱਥੇ ਲੋਕਾਂ ਦੀਆਂ ਆਦਤਾਂ ਨੇ, ਪਰ ਅਸੀਂ ਉਹ ਚੀਜ਼ਾਂ ਅਡਾਪਟ ਕਰਨੀਆਂ ਨੇ ਉੱਥੇ ਜਾ ਕੇ, ਹਨਾ। ਉੱਥੇ ਜਾ ਕੇ ਅਸੀਂ ਕੋਈ ਵੀ ਚੀਜ਼ ਕਿਤੇ ਵੀ ਖਾ ਕੇ ਨਹੀਂ ਸਿੱਟ ਸਕਦੇ, ਅਸੀਂ ਨਹੀਂ ਸਿੱਟਣੀ। ਸਾਫ਼ ਮੁਲਕਾਂ ਨੂੰ ਆਪਾਂ ਸਾਫ਼ ਰੱਖਣਾ ਬਣਾ ਕੇ। ਕਿਉਂ? ਕਿਉਂਕਿ ਅਸੀਂ ਉਸ ਸਿਸਟਮ ਦਾ ਪਾਰਟ ਬਣਨ ਜਾ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਆਉਣ ਵਾਲਾ ਜੀਵਨ ਉੱਥੇ ਵਧੀਆ ਲੰਘੇ ਤੇ ਅਸੀਂ ਉਸ ਕੰਟਰੀ ਨੂੰ ਵਧੀਆ ਤਰੀਕੇ ਦੇ ਨਾਲ ਹੀ ਜੋ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਅਸੀਂ ਓਬੇ ਕਰਾਂਗੇ ਐਂਡ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵਿੱਚ ਢਲ ਕੇ ਹੀ ਆਪਣੀ ਜ਼ਿੰਦਗੀ ਨੂੰ ਜਿਉਈਏ। ਕਿਉਂ? ਕਿਉਂਕਿ ਅਸਲ ਦੇ ਵਿੱਚ ਉਹਨਾਂ ਨੂੰ ਜੇ ਅਸੀਂ ਮੰਨਦੇ ਆ ਨਾ ਤਾਂ ਫਾਇਦਾ ਓਵਰਆਲ ਸਾਡਾ ਹੀ ਆ। ਹੁਣ ਜੇ ਕੈਨੇਡੀਅਨ ਗਵਰਨਮੈਂਟ ਇਸ ਚੀਜ਼ ਤੇ ਧਿਆਨ ਦਿੰਦੀ ਹੈ ਕਿ ਸਪੀਡਿੰਗ ਨਹੀਂ ਕਰ ਸਕਦੇ ਤੁਸੀਂ, ਜੇ 80 ਦੀ ਸਪੀਡ ਆ ਤਾਂ ਤੁਸੀਂ 80 ਤੇ ਹੀ ਚਲਾਉਣੀ ਆ, ਜੇ 100 ਦੀ ਸਪੀਡ ਆ ਤੁਸੀਂ 100 ਤੇ ਹੀ ਚਲਾਉਣਾ, ਹਨਾ। ਤਾਂ ਉਹਦੇ 'ਚ ਫਾਇਦਾ ਤਾਂ ਅਲਟੀਮੇਟਲੀ ਸਾਡਾ ਹੀ ਆ ਨਾ, ਕਿਉਂਕਿ ਰਿਸਕ 'ਚ ਤਾਂ ਅਸੀਂ ਆ ਨਾ ਜਦੋਂ ਸੜਕ ਦੇ ਉੱਤੇ ਆ। ਤੇ ਜੇ ਉੱਥੇ ਉਹਨਾਂ ਨੇ ਲਿਖਿਆ ਡੋਂਟ ਡਰਿੰਕ ਐਂਡ ਡਰਾਈਵ, ਤੁਸੀਂ ਡਰਾਈਵ ਕਰਦੇ ਹੋ, ਟੈਕਸਟ ਮੈਸੇਜ ਨਹੀਂ ਕਰ ਸਕਦੇ, ਤਾਂ ਅਸੀਂ ਉਹ ਰੂਲਸ ਨੂੰ ਫੋਲੋ ਕਰਨਾ, ਕਿਉਂਕਿ ਤੁਸੀਂ ਸਾਰਿਆਂ ਨੇ ਜਾ ਕੇ ਉੱਥੇ ਗੱਡੀਆਂ ਖਰੀਦਣੀਆਂ ਨੇ, ਗੱਡੀਆਂ ਚਲਾਉਣੀਆਂ ਨੇ। ਐਂਡ ਜੇ ਅਸੀਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਹੀ ਧਿਆਨ 'ਚ ਰੱਖ ਕੇ ਚੱਲਾਂਗੇ, ਸਭ ਤੋਂ ਇੰਪੋਰਟੈਂਟ ਪਾਰਟ ਆ ਲਾਈਫ ਦਾ ਡਿਸਿਪਲਿਨ, ਸਭ ਤੋਂ ਇੰਪੋਰਟੈਂਟ ਪਾਰਟ। ਕਿਵੇਂ? ਕਿਉਂਕਿ ਇੱਕ ਐਗਜ਼ਾਮਪਲ ਆ ਜ਼ਿੰਦਗੀ ਦੀ ਵੀ, ਮੈਂ ਅਕਸਰ ਹੀ ਨਾਰਮਲ ਰੂਟੀਨ ਲਾਈਫ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਜਾਨਵਰ ਕਿੱਲੇ ਤੇ ਬੰਨੇ ਹੁੰਦੇ ਆ ਨਾ, ਉਹਨਾਂ ਦਾ ਹੀ ਮੁੱਲ ਲੱਗਦਾ ਮੰਡੀ ਦੇ ਵਿੱਚ। ਜਿਹੜੇ ਸੜਕਾਂ ਤੇ ਤੁਰੇ ਫਿਰਦੇ ਆ ਨਾ ਵਾਰਾ, ਉਹਨਾਂ ਨੂੰ ਲੋਕ ਸੋਟੀਆਂ ਡਾਂਗਾ ਮਾਰ ਕੇ ਭਜਾਉਂਦੇ ਹੀ ਆ।
ਕਿਉਂ? ਕਿਉਂਕਿ ਉਹ ਜਾਨਵਰ ਡਿਸਪਲਿਨਡ ਨੇ, ਉਹਨਾਂ ਦਾ ਹੀ ਮੁੱਲ ਪੈਂਦਾ ਤੇ ਡਿਸਪਲਿਨਡ ਲਾਈਫ ਦਾ ਹੀ ਮੁੱਲ ਪੈਣਾ ਤੁਹਾਡਾ ਵੀ ਜਦੋਂ ਤੁਸੀਂ ਅੱਗੇ ਜਾ ਕੇ ਉੱਥੇ ਆਪਦੀ ਪੜ੍ਹਾਈ ਨੂੰ ਪ੍ਰੋਪਰਲੀ ਖਤਮ ਕਰਨਾ। ਤੁਸੀਂ 2-2 ਸਾਲ ਦੇ ਕੋਰਸਸ ਲੈ ਕੇ ਚੱਲੇ ਆ, 1-1 ਸਾਲ ਦੇ ਕੋਰਸਸ ਲੈ ਕੇ ਚੱਲੇ ਆ, ਤੁਸੀਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋਏ ਇੰਟਰਨੈਸ਼ਨਲ ਸਟੂਡੈਂਟ ਹੋ, ਤੁਹਾਡੇ ਜਿਹੜੇ ਰਾਈਟਸ ਨੇ, ਤੁਹਾਡੇ ਤੇ ਜਿਹੜੇ ਰੂਲਸ ਇੰਪਲੀਮੈਂਟ ਹੁੰਦੇ ਨੇ, ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋਏ ਤਰੀਕੇ ਨਾਲ ਆਪਦੀ ਐਜੂਕੇਸ਼ਨ ਨੂੰ ਖਤਮ ਕਰਨਾ ਪਹਿਲਾਂ, ਕਿਉਂਕਿ ਸਾਡਾ ਇਹ ਪਹਿਲਾ ਫਰਜ਼ ਹੈ, ਅਸੀਂ ਸਟੱਡੀ ਪਰਮਿਟ ਤੇ ਆ। ਠੀਕ ਹੈ ਜੀ। ਦੂਸਰੀ ਚੀਜ਼ ਹੈਗੀ ਆ ਬਜਟਿੰਗ। ਹੁਣ ਤੱਕ ਅਸੀਂ ਲਾਈਫ ਨੂੰ ਕਿਵੇਂ ਕੱਢਿਆ? ਬਾਪੂ ਮੂਹਰੇ ਹੱਥ ਅੱਡ ਕੇ, ਹੈਨਾ, ਜਿੰਨੀ ਲੋੜਾ ਮੰਗ ਲਈ, ਆਉਣੇ ਕਿੱਥੋਂ ਆ ਸਾਨੂੰ ਨਹੀਂ ਪਤਾ। ਹੁਣ ਇੱਕੋਦਮ ਸਿਸਟਮ ਹੋ ਜਾਣਾ ਚੇਂਜ। ਭਾਵੇਂ ਤੁਹਾਡੇ ਕੋਲੇ GIC ਪਿਆ, ਪਰ GIC ਦੀ ਇੱਕ ਲਿਮਟ ਆ ਵੀ ਪਰ ਮੰਥ ਤੁਹਾਨੂੰ ਇੰਨਾ ਹੀ ਮਿਲਣਾ। ਹੁਣ ਜਦੋਂ ਤੁਸੀਂ ਉਹਨੂੰ ਜਾ ਕੇ ਪਤਾ ਕਰੋਗੇ ਵੀ ਸਾਡੇ ਕੋਲੇ ਕਿੰਨਾ ਆਉਣਾ ਆ, ਤਾਂ ਉਹਦੇ ਲਈ ਤੁਸੀਂ ਆਪਦੀ ਇੱਕ ਬਜਟਿੰਗ ਕਰੋਗੇ। ਕਾਰਨ ਕੀ ਆ? 2 ਸਾਲ ਭਾਵੇਂ ਤੁਸੀਂ ਕਮਾਉਣ ਵੀ ਲੱਗ ਜਾਓ 6 ਮਹੀਨੇ ਨੂੰ ਜਾ ਕੇ, ਪਰ ਸਟੂਡੈਂਟ ਲਾਈਫ ਨੂੰ ਕਦੇ ਨਹੀਂ ਭੁੱਲਣਾ, ਸਟੂਡੈਂਟ ਕਲਚਰ ਨੂੰ ਕਦੇ ਨਹੀਂ ਭੁੱਲਣਾ। ਜੇ ਆਪਦੇ ਆਪ ਨੂੰ ਵੀ ਤੁਸੀਂ ਪਾਕਟ ਮਨੀ ਦੇਣੀ ਹੈ ਤਾਂ ਲਿਮਿਟਡ ਦੇਣੀ ਆ। ਪਤਾ ਹੋਣਾ ਚਾਹੀਦਾ ਕਿ ਮੈਂ $600 $700 ਪਰ ਮੰਥ ਮੇਰਾ ਖਰਚਾ, ਜਿਹਦੇ ਵਿੱਚ ਅਕਮੋਡੇਸ਼ਨ, ਗਰੋਸਰੀ, ਟਰਾਂਸਪੋਰਟੇਸ਼ਨ, ਹੋਰ ਮੇਰੇ ਜਿਹੜੇ ਮਿਸਲੇਨੀਅਸ ਖਰਚੇ ਨੇ, ਉਹ ਸਾਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਬਜਟਿੰਗ ਕਰਨੀ ਆ। ਮੈਨੂੰ ਪਤਾ ਇਸ ਚੀਜ਼ ਦਾ ਵੀ ਬਹੁਤ ਔਖਾ ਹੁੰਦਾ ਇਹਨਾਂ ਗੱਲਾਂ ਨੂੰ, ਕਿਉਂਕਿ ਉਮਰ ਹੀ ਇਹ ਚੀਜ਼ ਹੁੰਦੀ ਹੈ, ਜਿਹੜੀ ਏਜ ਆ ਸਾਰੀ ਏਜ ਚੋਂ ਲੰਘਿਆ ਮੈਂ ਵੀ। ਜਦੋਂ ਆਪਾਂ ਇਹ ਜਿਹੀਆਂ ਗੱਲਾਂ ਸੁਣਦੇ ਆ, ਸੁਣਨ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ, ਇੰਪਲੀਮੈਂਟ ਬੰਦਾ ਨਹੀਂ ਕਰਦਾ, ਬੰਦਾ ਕਹਿੰਦਾ ਚਲੋ ਛੱਡੋ, ਹਨਾ, ਕੋਈ ਨਹੀਂ, ਇੱਥੇ ਕਿਹੜੀ ਗੱਲ ਆ, ਸਾਰੀ ਜ਼ਿੰਦਗੀ ਪਈ ਆ ਸਿਆਣੇ ਬਣਨ ਲਈ। ਪਰ ਨਹੀਂ, ਆਹ 2-3 ਸਾਲ ਬੜੇ ਕ੍ਰੂਸ਼ੀਅਲ ਹੁੰਦੇ ਨੇ। ਇੱਕ ਵਾਰੀ ਇਨੀਸ਼ੀਅਲੀ ਜਾ ਕੇ ਤੁਸੀਂ ਇਹਨਾਂ ਤੇ ਜ਼ਿਆਦਾ ਫੋਕਸਡ ਹੋਣਾ ਆ, ਜਿੰਨਾ ਵਧੀਆ ਤਰੀਕੇ ਨਾਲ ਆਹ 2-3 ਸਾਲ ਮਤਲਬ ਕਿ ਬੇਸ ਬਣਨਾ ਆ ਤੁਹਾਡਾ। ਹੋਣ ਜਦੋਂ ਨੀਂਹ ਰੱਖਣੀ ਆ ਤੁਸੀਂ ਜਾ ਕੇ ਆਪਦੀ ਲਾਈਫ ਦੀ ਕੈਨੇਡਾ ਦੇ ਵਿੱਚ, ਜੇ ਹੁਣੇ ਤੋਂ ਹੀ ਡਿਸਟਰਬ ਕਰ ਲਓਗੇ ਨਾ, ਤਾਂ ਫਿਰ ਡਿਸਟਰਬੈਂਸ ਕੰਟੀਨਿਊ ਰਹੂਗੀ। ਜੇ ਹੁਣੇ ਤੋਂ ਹੀ ਡਿਸਪਲਿਨਡ ਰਹੋਗੇ ਤਾਂ ਫਿਰ ਐਂਡ ਤੱਕ ਲਾਈਫ ਆਟੋਮੈਟਿਕਲੀ ਸਮੂਥ ਰਹੂਗੀ। ਬਾਕੀ ਤੁਸੀਂ ਜਿਹੜੀ ਕੰਟਰੀ 'ਚ ਚੱਲੇ ਹੋ, ਤੁਹਾਡੀ ਲੋੜ ਆ ਉਹਨਾਂ ਨੂੰ, ਉਹਨਾਂ ਨੇ ਤੁਹਾਨੂੰ ਰੱਖਣਾ ਆ ਉੱਥੇ, ਉਹ ਚਾਹੁੰਦੇ ਨੇ ਕਿ ਤੁਸੀਂ ਉੱਥੇ ਆਓ, ਪੱਕੇ ਹੋਵੋ, ਵਧੀਆ ਜ਼ਿੰਦਗੀ ਜਿਉਵੋ। ਬਟ ਇਹ ਚੀਜ਼ ਕਦੇ ਨਹੀਂ ਭੁੱਲਣੀ ਕਿ ਸਾਡੇ ਲਈ ਪ੍ਰਿਵਿਲੇਜ ਆ, ਇਹ ਸਾਨੂੰ ਇੱਕ ਚੰਗਾ ਮੌਕਾ ਮਿਲ ਰਿਹਾ ਆ ਕਿ ਅਸੀਂ ਕਿਉਂ ਛੱਡ ਕੇ ਜਾ ਰਹੇ ਹਾਂ 14,000 ਕਿਲੋਮੀਟਰ ਆਪਦਾ ਘਰ ਜਾਂ ਆਪਦਾ ਮਾਂ-ਪਿਓ, ਆਪਦੇ ਭੈਣ ਭਰਾ, ਕਿਉਂਕਿ ਤੁਹਾਨੂੰ ਲੱਗਦਾ ਕਿ ਫਿਊਚਰ ਨਹੀਂ ਆ ਸਾਡੀ ਕੰਟਰੀ ਦੇ ਵਿੱਚ, ਅਸੀਂ ਸੋਸ਼ਲੀ ਸਿਕਿਉਰ ਨਹੀਂ ਆ, ਸਾਡੇ ਕੋਲੇ ਜੌਬਸ ਨਹੀਂ ਗੀਆਂ। ਜੇ ਅਸੀਂ ਉੱਥੇ ਜਾ ਕੇ ਵੀ ਸਿਸਟਮ ਨੂੰ ਖਰਾਬ ਕਰਾਂਗੇ ਤਾਂ ਹੌਲੀ-ਹੌਲੀ ਫਿਰ ਉਹ ਵੀ ਪੰਜਾਬ ਬਣ ਜੂਗਾ ਦੂਸਰਾ, ਹਨਾ। ਫਿਰ ਕਿੱਥੇ ਜਾਵਾਂਗੇ? ਫਿਰ ਚੰਦ ਤੇ ਥੋੜੀ ਚਲੇ ਜਾਵਾਂਗੇ, ਹਨਾ। ਫਿਰ ਉਹ ਥੋੜੀ ਛੱਡ ਦਾਂਗੇ ਮੁਲਕ। ਸੋ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਉੱਥੇ ਜਾ ਕੇ ਚੰਗਾ ਸਿਸਟਮ ਸਿਰਜਣ ਦੇ ਵਿੱਚ, ਜੋ ਬਣਿਆ ਹੋਇਆ ਸਿਸਟਮ ਆ ਉਹਨੂੰ ਵਧੀਆ ਤਰੀਕੇ ਨਾਲ ਕੰਟੀਨਿਊ ਰੱਖਣ ਦੇ ਵਿੱਚ ਮਦਦ ਕਰੀਏ। ਹੁਣ ਛੋਟੀਆਂ ਗੱਲਾਂ ਨੇ। ਅੱਗੇ ਫਿਲਮ ਦੇਖਣ ਜਾਂਦੇ ਸੀਗੇ, ਮੈਂ 2012 ਦੇ ਵਿੱਚ ਕੈਨੇਡਾ ਗਿਆ, ਹੂਟਿੰਗ ਨਹੀਂ ਹੁੰਦੀ ਸੀ ਸਾਡੇ ਵਾਂਗੂ ਪੰਜਾਬ ਦੇ ਥੀਏਟਰਾਂ ਵਾਂਗੂ। ਅੱਜ ਕੱਲ ਉੱਥੇ ਉਹ ਵੀ ਚੱਲ ਪਿਆ ਕੰਮ, ਹਨਾ। ਮੈਂ ਇਹ ਨਹੀਂ ਕਹਿੰਦਾ ਸਟੂਡੈਂਟ ਕਰਦੇ ਨੇ, ਕੌਣ ਕਰਦੇ ਨੇ, ਪਰ ਇਹ ਜ਼ਰੂਰ ਪਤਾ ਕਿ ਪੰਜਾਬੀ ਵੀ ਹੁੰਦੇ ਨੇ, ਪੰਜਾਬੀ ਫਿਲਮ 'ਚ ਪੰਜਾਬੀ ਕੋਈ ਆਉਂਦੇ ਨੇ ਸਾਰੇ, ਹਨਾ। ਹੁਣ ਗੱਲ ਇੱਕ ਸਿੰਪਲ ਆ, ਖੁਸ਼ੀ ਮਨਾਉਣੀ, ਹੂਟਿੰਗ ਕਰਨੀ, ਹੱਸਣਾ ਕੁੱਦਣਾ ਬਹੁਤ ਜ਼ਰੂਰੀ ਆ ਲਾਈਫ ਦੇ ਵਿੱਚ। ਪਰ ਇਹ ਚੀਜ਼ ਕਦੇ ਨਹੀਂ ਭੁੱਲਣੀ ਕਿ ਤੁਸੀਂ ਥੀਏਟਰ ਦੇ ਵਿੱਚ ਇਕੱਲੇ ਨਹੀਂ ਹੋ, ਕੋਈ ਬੰਦਾ ਆਪਦੀ ਫੈਮਿਲੀ ਦੇ ਨਾਲ, ਆਪਦੀ ਵਾਈਫ ਦੇ ਨਾਲ, ਆਪਦੀਆਂ ਭੈਣਾਂ ਦੇ ਨਾਲ, ਉਹਦੇ ਬੱਚੇ ਦੇ ਨਾਲ ਵੀ ਆਇਆ ਹੋਇਆ ਤੇ ਉਹ ਫਿਲਮ ਦੇਖਣ ਆਇਆ। ਜੇ ਤੁਸੀਂ ਉਹਨੂੰ ਡਿਸਟਰਬ ਕਰੋਗੇ, ਇਟ ਮੀਨਸ ਤੁਸੀਂ ਉਹਦੀ ਸਪੇਸ ਦੀ ਰਿਸਪੈਕਟ ਨਹੀਂ ਕਰ ਰਹੇ, ਤੇ ਇਹ ਇੱਕ ਸੱਭਿਅਕ ਇਨਸਾਨ ਦੀ ਜ਼ਿੰਦਗੀ ਦਾ ਪਾਰਟ ਨਹੀਂ ਹੈ। ਹਾਂ, ਅਸੀਂ ਇਹ ਚੀਜ਼ ਕਰ ਸਕਦੇ ਹਾਂ ਵੀ ਅਸੀਂ ਦੋਸਤ 10 ਇਕੱਠੇ ਹੋਏ ਹੋਏ ਹਾਂ, ਅਸੀਂ ਕੁਝ ਵੀ ਕਰ ਸਕਦੇ ਹਾਂ, ਅਸੀਂ ਫਨ ਕਰ ਸਕਦੇ ਹਾਂ, ਪਰ ਅਸੀਂ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰਕੇ ਫਨ ਨਹੀਂ ਕਰ ਸਕਦੇ। ਜਦੋਂ ਤੁਸੀਂ ਰੂਲਸ ਤੋੜੋਗੇ, ਜਦੋਂ ਤੁਸੀਂ ਬਿਨਾਂ ਵਜ੍ਹਾ ਤੇ ਖੜ ਕੇ ਉੱਥੇ, ਲੋਕ ਹੁਣ ਅੱਜ ਕੱਲ੍ਹ ਕੀ ਹੋ ਰਿਹਾ ਬਰੈਂਟਨ ਦੇ ਵਿੱਚ ਅਕਸਰ ਹੀ ਵੀ ਗੱਡੀਆਂ ਵਿਚਾਲੇ ਲਾ ਕੇ ਗੱਲਾਂ ਮਾਰਨ ਲੱਗ ਜਾਂਦੇ, ਹਨਾ। ਕੋਈ ਪ੍ਰੋਬਲਮ ਨਹੀਂ ਹੁੰਦੀ ਆ, ਇਹ ਜਿਹੜੀ ਉਮਰ ਹੀ ਇਹ ਜੀ ਹੁੰਦੀ ਹੈ, ਇਹ 'ਚ ਜ਼ਿਆਦਾ ਖੂਨ ਗਰਮ ਹੁੰਦਾ, ਜ਼ਿਆਦਾ ਅਸੀਂ ਇਹ ਜਿਹੀਆਂ ਹਰਕਤਾਂ ਕਰਦੇ ਹਾਂ। ਪਰ ਸਾਨੂੰ ਇਹ ਚੀਜ਼ ਕਦੇ ਨਹੀਂ ਭੁੱਲਣੀ ਕਿ ਜੇ ਅਸੀਂ ਜਵਾਨ ਆ, ਜੇ ਸਾਡੇ ਤੇ ਹੁਣੇ ਸਾਨੂੰ ਫ੍ਰੀडम ਮਿਲੀ ਆ, ਤਾਂ ਅਸੀਂ ਨਾਲ ਇਹ ਵੀ ਨਹੀਂ ਭੁੱਲਣਾਗਾ ਕਿ ਹੋਰ ਲੋਕ ਵੀ ਉਸ ਏਰੀਆ ਦੇ ਵਿੱਚ ਜ਼ਿੰਦਗੀ ਜਿਉਂ ਰਹੇ ਨੇ, ਜਿਨ੍ਹਾਂ ਨੇ ਕਿਸੇ ਨੇ ਕੰਮ ਤੇ ਜਾਣਾ, ਤੁਹਾਡੀ ਗੱਡੀ ਖੜੀ ਕਰਕੇ ਉਹਦੀ ਲਾਈਫ ਦੇ ਵਿੱਚ ਪ੍ਰੋਬਲਮ ਆ ਰਹੀ ਆ, ਜਿਹੜੀ ਕਿ ਉੱਥੇ ਬਿਲਕੁਲ ਵੀ ਐਕਸੈਪਟੇਬਲ ਨਹੀਂ ਗੀ। ਐਂਡ ਬਹੁਤ ਹੀ ਮਾੜਾ ਮੰਨਿਆ ਜਾਂਦਾ ਜਦੋਂ ਤੁਸੀਂ ਕਿਸੇ ਦੀ ਸਪੇਸ ਨੂੰ ਡਿਸਟਰਬ ਕਰਦੇ ਆ। ਠੀਕ ਆ ਜੀ। ਇਹ 2-4 ਗੱਲਾਂ ਜਿਹੜਾ ਪ੍ਰੀ ਡਿਪਾਰਚਰ ਆ ਉਹ ਤਾਂ ਤੁਸੀਂ ਸਮਝ ਲਿਆ ਕਿ ਇਹੋ ਜਿਹਾ ਕੋਰਸ ਲੈ ਕੇ ਚੱਲੇ ਹੋ, ਕਿ ਕਿੱਥੇ ਤੁਸੀਂ ਕਿਹੜੇ ਕਾਲਜ ਚੱਲੇ ਹੋ, ਕਦੋਂ ਤੁਹਾਡਾ ਸੈਸ਼ਨ ਸ਼ੁਰੂ ਹੋ ਰਿਹਾ, ਕਿੰਨੀ ਤੁਸੀਂ ਫੀ ਪੇ ਕੀਤੀ ਹੈ, ਕਿੰਨਾ ਤੁਸੀਂ GIC ਪੇ ਕੀਤਾ। ਇਹ ਤਾਂ ਇੱਕ ਨਾਰਮਲ ਇੰਟਰਵਿਊ ਆ, ਪਰ ਜਿਹੜੀ ਲਾਈਫ ਦੀ ਇੰਟਰਵਿਊ ਤੁਸੀਂ ਰੋਜ਼ ਫੇਸ ਕਰਨੀ ਆ, ਜੋ ਤੁਸੀਂ ਰੋਜ਼ ਆਪਦਾ ਇੱਕ ਇਮਤਿਹਾਨ ਦੇਣਾ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ, ਇਹਦੇ 'ਚ ਇਹ ਗੱਲਾਂ ਸਿੱਖ ਕੇ ਜਾਣੀਆਂ ਨੇ ਕਿ ਅਸੀਂ
ਇੱਕ ਚੰਗੇ ਇਨਸਾਨ ਬਣ ਕੇ, ਇੱਕ ਚੰਗੇ ਇਨਸਾਨ ਆਪਦੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਜਾ ਕੇ ਉੱਥੇ, ਕਿ ਲੋਕ ਤੁਹਾਨੂੰ ਇਹ ਕਹਿਣ ਵੀ ਨਹੀਂ ਸਾਡੇ ਜਿਹੜੇ ਬੱਚੇ ਪੰਜਾਬ ਤੋਂ ਆ ਰਹੇ ਨੇ ਇਹ ਸੱਚੀ ਬਹੁਤ ਪੜ੍ਹੇ ਲਿਖੇ ਨੇ, ਇਹ ਸੱਚੀ ਬੜੀ ਇਹਨਾਂ ਦੀ ਲਾਈਫ ਆਰਗੇਨਾਈਜ਼ਡ ਆ, ਇਹ ਬੜੇ ਡਿਸਿਪਲਿਨਡ ਨੇ। ਠੀਕ ਹੈ ਜੀ, ਹੁਣ 1 ਬਾਈ 1 ਮੈਂ ਤੁਹਾਨੂੰ ਪਾਸਪੋਰਟ ਹੈਂਡ ਓਵਰ ਕਰੂੰਗਾ। ਜਸ਼ਨਪ੍ਰੀਤ ਸਿੰਘ, ਜਸ਼ਨਪ੍ਰੀਤ ਜੀ ਬਹੁਤ ਬਹੁਤ ਵਧਾਈਆਂ ਜੀ। ਕਿਹੜੇ ਕਾਲਜ ਆ ਰਹੇ ਹੋ? CDA ਜਾ ਰਹੇ ਹੋ। ਕਿੰਨੇ ਟਾਈਮ ਦਾ ਕੋਰਸ ਆ? 2 years। ਥੈਂਕ ਯੂ ਵੈਰੀ ਮਚ। ਅਮਰਿਤਪਾਲ ਕੌਰ, not yet here। ਹਰਪ੍ਰੀਤ ਕੌਰ, ਹਰਪ੍ਰੀਤ ਬਹੁਤ ਬਹੁਤ ਵਧਾਈਆਂ। ਕਿਹੜੇ ਕਾਲਜ ਆ ਰਹੇ ਹੋ ਬੇਟਾ? CDA ਕਿੰਨੇ ਸਾਲ ਦੇ ਕੋਰਸ? 2 year। ਵਧਾਈਆਂ ਬਹੁਤ ਬਹੁਤ। ਸੰਦੀਪ ਕੌਰ ਬਰਾੜ, ਸੰਦੀਪ ਕੌਰ ਤੁਸੀਂ ਮੈਰਿਡ ਹੋ? ਪ੍ਰੋਫਾਈਲ ਦੇ ਵਿੱਚ ਵੀ ਮੈਰਿਡ ਸ਼ੋ ਕੀਤਾ? ਹਾਂਜੀ ਕਰਦੇ। ਓ ਦੈਟਸ ਗੁੱਡ, ਦੈਟਸ ਗੁੱਡ। ਕਿਹੜੇ ਕਾਲਜ ਆ ਰਹੇ? CDI ਕਾਲਜ। ਕਿੰਨੇ ਟਾਈਮ ਦੇ ਕੋਰਸ? 2 year diploma। ਬਹੁਤ ਬਹੁਤ ਵਧਾਈਆਂ। ਮਨਵੀਰ ਕੌਰ, ਮਨਵੀਰ ਕੌਰ ਕਿਹੜੇ ਕਾਲਜ ਆ ਰਹੇ ਹੋ ਬੇਟਾ? CDI ਕਿੰਨੇ ਟਾਈਮ ਦੇ ਕੋਰਸ ਦੇ ਵਿੱਚ? 2 year ਕੋਰਸ ਵਿੱਚ। ਬਹੁਤ ਬਹੁਤ ਵਧਾਈਆਂ। ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਕਿਹੜੇ ਕਾਲਜ ਆ ਰਹੇ ਹੋ ਵੀਰੇ? ਯਾਰਕ ਵਿਲੀਅਮ ਯੂਨੀਵਰਸਿਟੀ। ਕਿੰਨੇ ਟਾਈਮ ਦੇ ਕੋਰਸ ਦੇ ਵਿੱਚ? 3 year ਕੋਰਸ ਦੇ ਵਿੱਚ। ਠੀਕ ਹੈ ਜੀ, ਬਹੁਤ ਬਹੁਤ ਵਧਾਈਆਂ। ਅਮਰਿੰਦਰ ਕੌਰ, ਅਮਰਿੰਦਰ ਬਹੁਤ ਬਹੁਤ ਵਧਾਈਆਂ। ਕਿਹੜੇ ਕਾਲਜ ਆ ਰਹੇ ਹੋ? KPU ਆ ਰਹੇ ਹੋ। 2 year ਕੋਰਸ। ਬਹੁਤ ਬਹੁਤ ਵਧਾਈਆਂ। ਨਵਦੀਪ ਕੌਰ, ਨਵਦੀਪ ਕੌਰ ਪ੍ਰੋਫਾਈਲ ਮੈਰਿਡ ਸ਼ੋ ਕੀਤਾ ਬੇਟਾ? ਅਨਮੈਰਿਡ ਹੈ? ਓਕੇ, ਪਰ ਯੂ ਹੈਵ ਟੂ ਮੀਟ, ਹੈ ਨਾ, ਅੱਗੇ ਤੁਸੀਂ ਦੇਖਣਾ ਹੋਊਗਾ ਸਿਸਟਮ ਨੂੰ। ਤੇ ਕਿੰਨੇ ਟਾਈਮ ਦੇ ਕੋਰਸ ਜਾ ਰਹੇ ਹੋ? 2 year। ਵਧਾਈਆਂ ਜੀ ਬਹੁਤ ਬਹੁਤ। ਹਰਵਿੰਦਰ ਕੌਰ, ਹਰਵਿੰਦਰ ਬਹੁਤ ਬਹੁਤ ਵਧਾਈਆਂ ਜੀ। ਕਿਹੜੇ ਕਾਲਜ ਆ ਰਹੇ ਹੋ? ਅਲਗੋਮਾ ਯੂਨੀਵਰਸਿਟੀ। ਕਿੰਨੇ ਟਾਈਮ ਦੇ ਕੋਰਸ? 1 year। ਠੀਕ ਹੈ ਜੀ, ਆ ਤੁਹਾਡਾ ਵੀਜ਼ਾ ਜੀ। ਥੈਂਕ ਯੂ। ਜਸਪ੍ਰੀਤ ਕੌਰ, ਜਸਪ੍ਰੀਤ ਕਿਹੜੇ ਕਾਲਜ ਆ ਰਹੇ ਹੋ? ਨਾਰਥਰਨ ਕਾਲਜ ਆ ਰਹੇ ਹੋ। ਕਿਹੜੇ ਕੈਂਪਸ? ਓ ਗੁੱਡ। ਕਿੰਨੇ ਸਾਲ ਦੇ ਕੋਰਸ? 1 year। ਆ ਤੁਹਾਡਾ ਵੀਜ਼ਾ ਜੀ। ਥੈਂਕ ਯੂ। ਆਕਾਸ਼ਦੀਪ ਕੌਰ, ਆਕਾਸ਼ਦੀਪ ਕਿਹੜੇ ਕਾਲਜ ਆ ਰਹੇ ਹੋ? University of Winnipeg। ਓ ਵੈਰੀ ਗੁੱਡ। ਕਿੰਨੇ ਸਾਲ ਦੇ ਕੋਰਸ? 4 year degree। 4 year degree। ਵੈਰੀ ਗੁੱਡ, ਤੁਹਾਡਾ ਵੀਜ਼ਾ ਜੀ। ਪ੍ਰਦੀਪ ਕੌਰ ਬਰਾੜ, ਪ੍ਰਦੀਪ ਕੌਰ ਕਿਹੜੇ ਕਾਲਜ ਆ ਰਹੇ ਹੋ? ਕੈਨੇਡਾ ਕਾਲਜ। ਠੀਕ ਹੈ ਜੀ, ਕਿੰਨੇ ਸਾਲ ਦੇ ਕੋਰਸ? 2 year। ਹਲੋ ਤੁਹਾਡਾ ਪਾਸਪੋਰਟ, ਤੁਹਾਡਾ ਵੀਜ਼ਾ। ਸੋ ਐਟ ਦੀ ਐਂਡ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਵਨ ਆਫ ਦਾ ਬੈਸਟ ਕੰਟਰੀ ਹੈ। ਠੀਕ ਹੈ ਜੀ, ਵਰਲਡ ਆਫ ਅਪਰਚੁਨਿਟੀਜ਼, ਬਟ ਅਪਰਚੁਨਿਟੀਜ਼ ਚੱਲ ਕੇ ਦਰਵਾਜ਼ੇ ਤੇ ਨਹੀਂ ਆਉਂਦੀਆਂ, ਲੱਭਣੀਆਂ ਪੈਂਦੀਆਂ ਨੇ। ਠੀਕ ਹੈ ਜੀ, ਉਹਦੇ ਲਈ ਮਿਹਨਤ ਕਰਨੀ ਹੋਊਗੀ, ਫੋਕਸਡ ਹੋ ਕੇ ਜ਼ਿੰਦਗੀ ਨੂੰ ਜਿਉਵੋ, ਹਰੇਕ ਚੀਜ਼ ਨੂੰ ਉਹਦਾ ਸਮਾਂ ਜਿਹੜਾ ਉਹਨੂੰ ਦਿਓ। ਕਦੇ ਨਹੀਂ ਭੁੱਲਣਾ ਹੈਗਾ ਕਿ ਤੁਹਾਡੇ ਮਾਪਿਓ ਦੀਆਂ ਤੁਹਾਡੇ ਨਾਲ ਬਹੁਤ ਇੱਛਾਵਾਂ ਜੁੜੀਆਂ ਹੋਈਆਂ ਨੇ, ਤੁਹਾਡੀ ਲਾਈਫ ਤੁਹਾਡੀ ਇਕੱਲਿਆਂ ਦੀ ਨਹੀਂ। ਸੋ ਸੇਫ ਲਾਈਫ ਜਿਉਣੀ ਹੈ, ਗਲਤ ਚੀਜ਼ਾਂ ਤੋਂ ਦੂਰ ਰਹਿਣਾ, ਫਰੀडम ਨੂੰ ਗਲਤ ਤਰੀਕੇ ਉਹਨੂੰ ਯੂਟਿਲਾਈਜ਼ ਕਰਨਾ, ਮਿਸਯੂਜ਼ ਨਹੀਂ ਕਰਨਾ। ਠੀਕ ਹੈ ਜੀ, ਜੇ ਤੁਸੀਂ ਫ੍ਰੀ ਕੰਟਰੀ 'ਚ ਜਾ ਰਹੇ ਹੋ ਉਹਨੂੰ ਯੂਟਿਲਾਈਜ਼ ਕਰਨਾ ਆ, ਉਹਨੂੰ ਮਿਸਯੂਜ਼ ਨਹੀਂ ਕਰਨਾ। ਇੰਨਾ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਨੂੰ ਫੇਰ ਵਧਾਈ ਦਿੰਦਾ ਤੇ ਆਸ ਕਰਦਾ ਕਿ ਤੁਹਾਡੀ ਲਾਈਫ ਆਉਣ ਵਾਲੀ ਬਹੁਤ ਵਧੀਆ ਰਹੇ। ਥੈਂਕ ਯੂ ਵੈਰੀ ਮਚ। ਥੈਂਕ ਯੂ।